Good morning to all of you once again. I am Professor Rajneesh Pal Singh from Department of Management Studies, Mata Kuchari College, standing in front of you for sharing my views on the topic of publication ethics. Now we are going to start with the module 4. Earlier we done with the module 1, module 2 and the module 3. This is the module 4. In this we will discuss about the various responsibilities of the reviewers and the publishers also. So starting with the first slide, that is the responsibilities of the reviewer. Reviewers plays a major role in publication of a manuscript of a journal. In most of the cases, the act of reviewing of scholarship publication in an honorary work rather than a paid work. ਹੁਣ ਜਿਹੜੇ ਰਿਵਿਊਅਰਸ ਹੈ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਹੈ ਕਿਸੇ ਵੀ ਪਬਲੀਕੇਸ਼ਨ ਦੇ ਵਿੱਚ, ਕਿਉਂਕਿ ਆਪਣੇ ਜਿਹੜੇ ਵੀ ਪੇਪਰਸ ਰਿਵਿਊ ਹੋ ਕੇ ਆਣੇ ਇਹਨਾਂ ਰਿਵਿਊਅਰਸ ਨੇ ਹੀ ਕਰਨੇ ਹੈ। ਜੇ ਤਾਂ ਉਹਨਾਂ ਦੀ ਨੌਲੇਜ ਬਹੁਤ ਵਧੀਆ ਹੈ, ਬਹੁਤ ਇੰਟੈਲੀਜੈਂਟ ਹੈ, ਤਾਂ ਆਪਾਂ ਨੂੰ ਵਧੀਆ ਤਰੀਕੇ ਨਾਲ ਰਿਵਿਊ ਕਰਕੇ ਦੇ ਦੇਣਗੇ ਪੇਪਰ ਨੂੰ। ਆਪਣਾ ਰਿਸਰਚ ਵਰਕ ਵਧੀਆ ਪਬਲਿਸ਼ ਹੋ ਜਾਊਗਾ, ਵਧੀਆ ਉਹਦੇ ਰਿਜ਼ਲਟਸ ਨਿਕਲ ਕੇ ਆ ਜਾਣਗੇ। ਠੀਕ ਹੈ। ਹਾਂ, ਕਈਆਂ 'ਚ ਇਹ ਆਨਰਰੀ ਵਰਕ ਵੀ ਹੁੰਦਾ ਔਰ ਕਈ ਜਗ੍ਹਾ ਤੇ ਪੇਡ ਵੀ ਹੁੰਦਾ। To be fair to the editors and the authors, peer reviews should follow the general ethical practices. ਕੁਛ ਆਥਰਸ ਤੇ ਐਡੀਟਰਸ ਦੇ ਨਾਲ ਠੀਕ ਤਰੀਕੇ ਨਾਲ ਹੋਣ ਦੇ ਲਈ ਰਿਵਿਊਅਰਸ ਨੂੰ ਕੁਝ ਜਨਰਲ ਐਥੀਕਲ ਪ੍ਰੈਕਟਿਸਿਸ ਹੈ ਜਿਹੜੀਆਂ ਉਹਨਾਂ ਨੂੰ ਵੀ ਫੋਲੋ ਕਰਨੀਆਂ ਚਾਹੀਦੀਆਂ। A reviewer should accept the given responsibility only if adequately competent and knowledgeable in the field and should follow the timeline provided by the journal for submitting the comments. ਸਭ ਤੋਂ ਇੰਪੋਰਟੈਂਟ ਚੀਜ਼ ਹੈ, ਰਿਵਿਊਅਰ ਇੱਕ ਚੀਜ਼ ਨੂੰ ਤਾਂ ਹੀ ਅਸੈਪਟ ਕਰੇ ਜੇ ਉਹਨੂੰ ਪਤਾ ਹੈ ਕੰਪਲੀਟ ਕੰਪੀਟੈਂਟ ਤੇ ਉਹਨੂੰ ਨੌਲੇਜ। ਹੁਣ ਫੋਰ ਐਗਜ਼ਾਮਪਲ ਮੈਂ ਮਾਰਕੀਟਿੰਗ ਹੈ, ਮੇਰਾ ਕੋਰਸ ਸਪੈਕਟ ਮੇਰਾ ਮਾਰਕੀਟਿੰਗ ਤੇ ਇੰਟਰਨੈਸ਼ਨਲ ਬਿਜ਼ਨਸ ਹੈ। ਇੱਕ ਬੰਦਾ ਮੇਰੇ ਕੋਲ ਆਉਂਦਾ, ਜੀ ਤੁਸੀਂ ਸਾਡਾ ਜੀ ਇਹ ਫਾਈਨੈਂਸ ਦਾ ਪੇਪਰ ਹੈ ਇਹਨੂੰ ਰਿਵਿਊ ਕਰ ਦਿਓ। ਹੁਣ ਸੋਚਣਾ, ਨੋ ਡਾਊਟ ਵੀ ਮੈਂ MBA ਕਰ ਲਈ, MPhil ਕਰ ਲਈ, PhD ਕਰ ਰਿਹਾ, ਠੀਕ ਹੈ, ਨੋ ਡਾਊਟ ਮੈਂ ਫਾਈਨੈਂਸ ਪੜ੍ਹ ਲਾਂਗਾ, ਮੈਨੂੰ ਕੋਈ ਦਿੱਕਤ ਨਹੀਂ ਹੈ। ਪਰ ਇੱਕ ਚੀਜ਼ ਸੋਚ ਕੇ ਦੇਖੋ, ਕੀ ਮੈਂ ਡੀਪਲੀ ਉਸ ਚੀਜ਼ ਨੂੰ ਰਿਵਿਊ ਕਰ ਸਕਾਂਗਾ? ਨਹੀਂ ਕਰ ਸਕਾਂਗਾ। ਹਾਂ, ਬਟ ਇਹੀ ਜੇ ਕੋਈ ਬੰਦਾ ਮੈਨੂੰ ਲਿਆ ਕੇ ਦੇ ਦੇ, ਜੀ ਹਾਂਜੀ ਇਹ ਮਾਰਕੀਟਿੰਗ ਦਾ ਪੇਪਰ ਹੈ, ਠੀਕ ਹੈ, ਦੈਨ ਓਬਵੀਅਸ ਗੱਲ ਹੈ ਮੈਂ ਪੇਪਰ ਦੇਖਦਿਆਂ ਸਾਰੀ ਦੱਸ ਦੂੰਗਾ ਵੀ ਇਸ ਚੀਜ਼ ਕੀ ਕਮੀ ਹੈ, ਇਸ ਚੀਜ਼ 'ਚ ਕੀ ਕਮੀ ਨਹੀਂ ਹੈ। ਠੀਕ ਹੈ। ਸੋ ਉਸ ਬੰਦੇ ਦਾ ਕੰਪੀਟੈਂਟ ਹੋਣਾ ਤੇ ਨੌਲੇਜੇਬਲ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਲੱਗਦਾ ਹੈ ਮੈਂ ਇਸ ਫੀਲਡ ਦੇ ਵਿੱਚ ਕੰਮ ਨਹੀਂ ਕਰ ਸਕਦਾ, ਛੱਡ ਦਿਓ, ਕਿਸੇ ਦੀ ਰਿਸਰਚ ਨੂੰ ਖਰਾਬ ਨਾ ਕਰੋ, ਕਿਉਂਕਿ ਤੁਹਾਡੇ ਰਿਵਿਊਅਰ ਦੇ ਕਮੈਂਟ ਦੇ ਉੱਤੇ ਬਹੁਤ ਕੁਝ ਡਿਪੈਂਡ ਕਰੇਗਾ। ਐਂਡ ਸੈਕੰਡ ਇੰਪੋਰਟੈਂਟ ਥਿੰਗ ਇਜ਼ ਦੈਟ ਜਿਹੜੀ ਤੁਹਾਨੂੰ ਟਾਈਮਲਾਈਨ ਮਿਲੀ ਹੈ ਪ੍ਰੋਪਰ ਉਸ ਚੀਜ਼ ਨੂੰ ਫੋਲੋ ਕਰੋ। ਜੇ ਤੁਹਾਨੂੰ ਕਿਹਾ ਗਿਆ ਜਰਨਲ ਵੱਲੋਂ ਵੀ ਹਾਂਜੀ ਸਾਨੂੰ ਪਲੀਜ਼ 2 ਦਿਨ ਦੇ ਵਿੱਚ ਜਾਂ 3 ਦਿਨ ਦੇ ਵਿੱਚ ਜਾਂ ਹਫ਼ਤੇ ਦੇ ਵਿੱਚ ਜਾਂ 15 ਦਿਨ ਦੇ ਵਿੱਚ ਇਹਨੂੰ ਰਿਵਿਊ ਕਰਕੇ ਵਾਪਸ ਭੇਜ ਦਿਓ, ਤਾਂ ਟੇਕ ਦੈਟ ਸੀਰੀਅਸਲੀ, ਬਿਕੋਜ਼ ਉਸਦੇ ਅੱਗੇ ਉਹਨਾਂ ਦਾ ਅਗਲਾ ਹੋਰ ਬਾਕੀ ਸ਼ਡਿਊਲ ਜਿਹੜੇ ਹੁੰਦੇ ਆ ਉਹ ਡਿਪੈਂਡ ਕਰਦੇ ਆ। Any possibility of the conflict of interest should be immediately reported to the editor. ਹਾਂ, ਤੁਹਾਨੂੰ ਜੇ ਲੱਗਦਾ ਕੋਈ conflict of interest ਆ ਗਿਆ ਹੋਇਆ, ਜਿਹੜਾ ਐਡੀਟਰ ਹੈ ਉਹਨੂੰ ਨਾਲ ਦੀ ਨਾਲ ਹੀ ਉਹਨੂੰ immediately ਉਸ ਚੀਜ਼ ਨੂੰ ਰਿਪੋਰਟ ਕਰ ਦਿਓ। The reviewer should also examine any possible unethical practices that may have been used by the authors and inform the editor or the journal about the same. ਜੇ ਤੁਹਾਨੂੰ ਲੱਗਦਾ ਹੈ ਵੀ ਜਿਹੜੇ ਬੰਦੇ ਨੇ ਪੇਪਰ ਲਿਖਿਆ ਉਹਨੇ ਕੁਝ ਅਨਐਥੀਕਲ ਪ੍ਰੈਕਟਿਸਿਸ ਯੂਜ਼ ਕੀਤੀਆਂ, ਠੀਕ ਹੈ, ਉਹ ਤੁਹਾਡੀ ਰਿਸਪੌਂਸਿਬਿਲਿਟੀ ਹੈ, ਜਿਹੜਾ ਐਡੀਟਰ ਹੈ ਉਸਨੂੰ ਉਹ ਚੀਜ਼ ਦੱਸੋ, ਕਿਉਂਕਿ ਜੇ ਤੁਸੀਂ ਨਹੀਂ ਦੱਸੋਗੇ ਤਾਂ ਆਥਰ ਨੂੰ, ਪਬਲਿਸ਼ਰ ਨੂੰ ਨਹੀਂ ਪਤਾ ਲੱਗੇਗਾ, ਉਹ ਗਲਤ ਚੀਜ਼ ਪਬਲਿਸ਼ ਹੋ ਜਾਏਗੀ ਔਰ ਚੀਜ਼ ਇਹ ਗੱਲ ਗਲਤ ਹੋ ਜਾਏਗੀ। ਜੇ ਤੁਹਾਡੇ ਸਾਹਮਣੇ ਤੁਸੀਂ ਪੇਪਰ ਰਿਵਿਊ ਕਰਦੇ ਹੋ, ਪੇਪਰ ਰਿਵਿਊ ਕਰਦੇ ਤੁਹਾਨੂੰ ਕੋਈ ਚੀਜ਼ ਸਾਹਮਣੇ ਨਜ਼ਰ ਆ ਗਈ ਵੀ ਇਹ ਚੀਜ਼ ਇਸ ਦੇ ਅਕੋਰਡਿੰਗਲੀ ਨਹੀਂ ਹੈ, ਤਾਂ ਉਸ ਚੀਜ਼ ਨੂੰ ਪ੍ਰੋਪਰ ਨੋਟ ਕਰਕੇ ਜਰਨਲ ਪਬਲਿਸ਼ਰ ਹਾਊਸ ਵਾਲਿਆਂ ਨੂੰ ਦੱਸ ਦਿਓ। Reviewers should not try to impose their own preferred hypothesis, theory or experimental design. ਹਾਂ, ਜੋ ਤੁਹਾਨੂੰ ਦਿੱਤਾ ਗਿਆ ਪਲੀਜ਼ ਉਸਦੇ ਉੱਪਰ ਜਾਓ, ਤੁਸੀਂ ਆਪਣੇ ਨਹੀਂ ਉਸਦੇ ਵਿੱਚ ਪ੍ਰੈਫਰਡ ਹਾਈਪੋਥੇਸਿਸ ਨਹੀਂ ਪਾ ਸਕਦੇ। ਜੇ ਤੁਹਾਨੂੰ ਲੱਗਦਾ ਵੀ ਉਸ 'ਚ ਕੋਈ ਇੰਪਰੂਵਮੈਂਟ ਹੋ ਸਕਦੀ ਹੈ, ਇੰਪਰੂਵਮੈਂਟ ਵਾਸਤੇ ਦੱਸੋ, ਉਹ ਕੋਈ ਇਸ਼ੂ ਨਹੀਂ ਹੈ। ਬਟ ਤੁਸੀਂ ਕੋਈ ਨਹੀਂ ਮੇਰੇ ਵਾਲੇ ਚੱਕ ਕੇ ਉਸਦੇ ਵਿੱਚ ਪਾ ਦਿਓ, ਜੋ ਮੈਂ ਕਹਿ ਰਿਹਾ ਸਿਰਫ ਉਹੀ ਠੀਕ ਹੈ, ਨਹੀਂ, ਉਹ ਵੀ ਗਲਤ ਗੱਲ ਹੈ। ਕਿਉਂਕਿ ਦੇਖੋ ਜਿਹੜਾ ਬੰਦਾ ਪੇਪਰ ਲਿਖ ਰਿਹਾ ਉਹਨੇ ਵੀ ਪੂਰੀ ਪ੍ਰੋਪਰ ਮਿਹਨਤ ਕਰਕੇ ਹਾਈਪੋਥੇਸਿਸ ਡਿਜ਼ਾਈਨ ਕੀਤੇ ਹੈ, ਐਵੇਂ ਨਹੀਂ ਉਸਨੇ ਡਿਜ਼ਾਈਨ ਕਰਤੇ। ਤੁਸੀਂ ਕੋਈ ਜੀ ਨਹੀਂ ਜੀ ਇਹ ਤਾਂ ਹੈ ਹੀ ਨਹੀਂ, ਇਸਦੇ ਗਲਤ ਹੋ ਗਿਆ ਸਾਰਾ, ਇੰਪਰੂਵਮੈਂਟ ਕਰਨੀ ਹੈ ਕਰਾਓ, ਠੀਕ ਹੈ ਨਾ, ਉਹ ਕੋਈ ਹਰਜ ਨਹੀਂ ਹੈ। ਪਰ ਕੋਈ ਨਹੀਂ ਜੀ ਮੇਰੇ ਵਾਲਾ ਬਿਲਕੁਲ ਠੀਕ ਹੈ, ਉਹ ਗਲਤ ਹੈ। Then information in the article available to the reviewer as a part of pre-publication review is confidential and privileged, and therefore the reviewer should not use such information for one's own someone else advantage. ਹੁਣ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਆਈ ਹੈ ਨਾ ਪੇਪਰ ਦੇ ਵਿੱਚ, ਉਹ ਕੌਨਫੀਡੈਂਸ਼ੀਅਲ ਹੈ ਬਿਲਕੁਲ,
ਇਹ ਨਾ ਹੋਏ ਕਿਧਰੇ ਮੈਂ ਉਹ ਮੇਰੇ ਕੋਲ ਪੇਪਰ ਰਿਵਿਊ ਹੋਣ ਵਾਸਤੇ ਆ ਗਿਆ, ਮੈਂ ਆਪਣਾ ਨਾਮ ਲੈ ਕੇ ਪੇਪਰ ਕਿਧਰੇ ਹੋਰ ਛਪਾ ਦਾਂ, ਇਹ ਗਲਤ ਹੋ ਜਾਊਗਾ। ਇਹ ਕੰਮ ਨਹੀਂ ਕਰਨਾ। ਹੁੰਦਾ ਬਹੁਤ ਜਗ੍ਹਾ ਤੇ ਹੁੰਦਾ। ਕਈ ਵਾਰ ਤੁਸੀਂ ਆਪਣੇ ਕਿਸੇ ਗਾਈਡ ਦੇ ਕੋਲ ਪੇਪਰ ਲੈ ਕੇ ਜਾਓ, ਤੁਸੀਂ ਪੇਪਰ ਲਿਖ ਕੇ ਲੈ ਕੇ ਗਏ ਹੁੰਦੇ ਹੋ, ਗਾਈਡ ਆਪਣਾ ਨਾਮ ਲਿਖ ਕੇ ਕਿਸੇ ਹੋਰ ਕਾਨਫਰੰਸ 'ਚ ਪੜ੍ਹਾ ਕੇ ਆ ਜਾਂਦਾ, ਪੇਪਰ ਛਾਪ ਕੇ ਆ ਜਾਂਦਾ। ਸੋ ਇਹ ਚੀਜ਼ ਨਹੀਂ ਹੋਣੀ ਚਾਹੀਦੀ ਬੇਟਾ। ਇਨਫੋਰਮੇਸ਼ਨ ਤੁਹਾਨੂੰ ਮਿਲ ਰਹੀ ਹੈ ਰਿਵਿਊ ਕਰਨ ਵਾਸਤੇ, ਉਹ ਪ੍ਰੋਪਰ ਪੂਰੀ ਕੌਨਫੀਡੈਂਸ਼ੀਅਲ ਰਹਿਣੀ ਚਾਹੀਦੀ ਹੈ। Editor expects an honest and unbiased assignment of the strength and the weakness of the article under review। ਹੁਣ ਜਿਹੜਾ ਐਡੀਟਰ ਹੈ ਉਹ ਰਿਵਿਊਅਰਸ ਤੋਂ ਡਿਮਾਂਡ ਕਰਦਾ ਹੈ ਵੀ ਮੈਨੂੰ ਪੇਪਰ ਦੀਆਂ ਸਟਰੈਂਥ ਤੇ ਵੀਕਨੈਸ ਦੱਸੇ। ਫੋਰ ਐਗਜ਼ਾਮਪਲ ਮੈਂ ਰਿਵਿਊਅਰ ਹਾਂ ਕੋਈ, ਠੀਕ ਹੈ ਨਾ, ਮੈਨੂੰ ਐਡੀਟਰ ਨੇ ਪੇਪਰ ਭੇਜਤਾ ਰਿਵਿਊ ਕਰਨ ਦੇ ਲਈ, ਤਾਂ ਮੇਰੀ ਰਿਸਪੌਂਸਿਬਿਲਿਟੀ ਬਣਦੀ ਹੈ ਮੈਂ ਉਸ ਐਡੀਟਰ ਨੂੰ ਦੱਸਾਂ ਵੀ ਜਿਹੜਾ ਪੇਪਰ ਤੂੰ ਮੇਰੇ ਕੋਲ ਭੇਜਿਆ ਹੈ ਉਸਦੀਆਂ ਆਹ ਸਟਰੈਂਥ ਹੈ, ਇਹ ਉਸਦੀਆਂ ਵੀਕਨੈਸ ਹੈ। Reviewers should be willing to re-review a revised version if so requested। ਜੇ ਕੋਈ ਪੇਪਰ ਰਿਵਿਊ ਹੋਇਆ ਹੈ, ਚਾਹੇ ਮੈਂ ਹੀ ਕੀਤਾ ਚਾਹੇ ਕਿਸੇ ਹੋਰ ਨੇ ਕੀਤਾ, ਤਾਂ ਮੈਨੂੰ ਵਿਲਿੰਗਲੀ, ਤਾਂ ਮੈਨੂੰ ਜੇ ਮੇਰੇ ਕੋਲ ਵਾਪਸ ਉਹ ਪੇਪਰ ਰੀ-ਰਿਵਿਊ ਦੇ ਲਈ ਆ ਜਾਂਦਾ ਤਾਂ ਮੈਂ ਉਸ ਨੂੰ ਕਰਦਾ। If an editor has to also review the submitted manuscript, it should be done transparently rather than as an anonymous review। ਜਿਹੜਾ ਵੀ ਕੋਈ ਮੈਨੂਸਕ੍ਰਿਪਟਸ ਵਗੈਰਾ ਆ ਰਹੀਆਂ, ਮੈਨੂਸਕ੍ਰਿਪਟਸ ਤੁਹਾਡੇ ਕੋਲ ਆ ਰਹੀਆਂ, ਉਹਨੂੰ ਟ੍ਰਾਂਸਪੇਰੈਂਟਲੀ ਤੁਸੀਂ ਰਿਵਿਊ ਕਰਨਾ। Confidentiality of the review process in a single or the double blind system has to be maintained following the journal's policy, and this responsibility continues even after publication rejection of the manuscript that was reviewed। ਜਿਹੜੀ confidentially ਹੈ ਨਾ, confidentiality ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਕੋਈ ਕੰਮ ਤੁਹਾਡੇ ਕੋਲ ਆ ਗਿਆ, ਠੀਕ ਹੈ, ਡਨ, ਪੂਰੇ ਕੌਨਫੀਡੈਂਸ਼ੀਅਲੀ ਵੇ ਨਾਲ ਤੁਸੀਂ ਉਸਨੂੰ ਕੰਪਲੀਟ ਕਰਤਾ, ਠੀਕ ਹੈ ਨਾ, ਉਸ ਤੋਂ ਬਾਅਦ ਵੀ ਰੱਖੋ, ਕੋਈ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਵੀ ਤੇਰਾ ਪੇਪਰ ਤਾਂ ਮੈਂ ਹੀ ਰਿਵਿਊ ਕੀਤਾ ਸੀ। ਗਲਤ ਹੈ। ਰਿਵਿਊ ਕਰਤਾ ਇੱਕ ਪ੍ਰੋਪਰ, ਇੱਕ ਤੁਹਾਡੀ ਜੌਬ ਹੈ, ਜੋ ਉਹਦੀਆਂ ਪਾਲਿਸੀਜ਼ ਹੈ, ਜਰਨਲਸ ਦੀਆਂ ਰੂਲਸ ਐਂਡ ਰੈਗੂਲੇਸ਼ਨਸ ਹੈ, ਤੁਸੀਂ ਉਸ ਚੀਜ਼ ਨੂੰ ਫੋਲੋ ਕਰ ਰਹੇ ਹੋ, ਉਹਨੂੰ ਤੁਸੀਂ ਕਿਵੇਂ ਕਿਸੇ ਅੱਗੇ ਡਿਸਕਲੋਜ਼ ਕਰ ਦੋਗੇ। ਸੋ ਇਸ ਚੀਜ਼ ਦਾ ਕੌਨਫੀਡੈਂਸ਼ੀਅਲਿਟੀ ਦਾ ਪ੍ਰੋਪਰ ਕੇਅਰ ਕਰਨੀ ਪਏਗੀ। Then responsibility of the publishers, ਹੁਣ ਜਿਹੜੇ ਪਬਲਿਸ਼ਰਸ ਹੈ ਉਹਨਾਂ ਦੀਆਂ ਕੀ ਰਿਸਪੌਂਸਿਬਿਲਿਟੀਜ਼ ਬਣਦੀਆਂ। So some general ethical principles that should be followed by the publishers of the scholarly articles are noted below। First one, publication of the research output is a social responsibility and therefore should not be taken as purely commercially activity। ਹੁਣ ਜਿਹੜੀ ਪਬਲਿਕੇਸ਼ਨ ਆਫ ਰਿਸਰਚ ਹੈ ਉਹ ਸੁਸਾਇਟੀ ਦੇ ਲਈ ਹੈ, ਤੁਸੀਂ ਉਹਨੂੰ ਆਪਣੀ ਕਮਰਸ਼ੀਅਲ ਪ੍ਰਾਪਰਟੀ ਲੈ ਕੇ ਨਹੀਂ ਕਹਿ ਸਕਦੇ। ਇਹ ਲਕੋਟੀਆ ਨੇ ਕਿਹਾ 2004 ਦੇ ਵਿੱਚ 14 ਦੇ ਆਪਣੇ ਪੇਪਰ 'ਚ, ਉਹ सोसाइटी ਦੇ ਲਈ ਉਹ ਚੀਜ਼ ਆ ਰਹੀ ਹੈ। ਜੇ ਮੈਂ ਕੋਈ ਰਿਸਰਚ ਕਰ ਰਿਹਾ ਤਾਂ सोसाइटी ਦੇ ਲਈ ਰਿਸਰਚ ਆ ਰਹੀ ਹੈ, ਉਹ ਤੁਹਾਡੀ ਕਮਰਸ਼ੀਅਲ ਪ੍ਰਾਪਰਟੀ ਨਹੀਂ ਹੈ। ਉਹ the announced schedule and the frequency of the publication is to be maintained। ਜਿਹੜਾ ਤੁਸੀਂ ਅਨਾਉਂਸ ਕਰਤਾ, ਮੈਂ ਪਹਿਲਾਂ ਵੀ ਕਹਿ ਕੇ ਆਇਆ ਸੀ, ਜਿਹੜਾ ਤੁਸੀਂ ਡੇਟ ਅਨਾਉਂਸ ਕਰਤੀ ਵੀ ਸਾਡਾ ਬਾਈ ਐਨੂਅਲ ਹੈ ਜਾਂ ਐਨੂਅਲ ਹੈ ਚਾਹੇ ਮੰਥਲੀ ਹੈ, ਉਹ ਔਰ ਉਸਦੀ ਫ੍ਰੀਕੁਐਂਸੀ ਪ੍ਰੋਪਰ ਰਹਿਣੀ ਚਾਹੀਦੀ ਹੈ। ਐਨੂਅਲ ਦਾ ਮਤਲਬ ਸਾਲ 'ਚ ਇੱਕ, ਜੇ ਬਾਈ ਐਨੂਅਲੀ ਕਰਾਂਗੇ ਤਾਂ ਸਾਲ 'ਚ ਦੋ, ਤਾਂ ਇਹ ਫ੍ਰੀਕੁਐਂਸੀ ਰਹੇ। ਇਹ ਨਾਲ ਲਿਖਿਆ ਤੁਸੀਂ ਬਾਈ ਐਨੂਅਲ ਹੈ ਤੇ ਸਾਲ ਤੁਹਾਡਾ ਇੱਕ ਪੇਪਰ ਵੀ ਨਹੀਂ, ਇੱਕ ਜਰਨਲ ਵੀ ਨਹੀਂ ਆ ਰਿਹਾ, ਗਲਤ ਹੈ। Publisher should not take recourse of artificially enhance the citation impact factor of the journals। ਹਾਂ, ਇਹ ਆਰਟੀਫੀਸ਼ਲੀ ਤੁਸੀਂ ਇਹ ਕੋਈ ਕੰਮ ਨਹੀਂ ਕਰਨਾ, ਆਪਣੇ ਸਾਈਟੇਸ਼ਨ ਜਾਂ ਇੰਪੈਕਟ ਫੈਕਟਰ ਆਫ ਜਰਨਲਸ ਨੂੰ ਵਧਾਤਾ। ਕੁਝ ਬੰਦੇ ਲਾਏ ਹੁੰਦੇ ਆ ਅੱਜ ਕੱਲ, ਕੀ ਹੁੰਦਾ ਹੈ ਉਹ ਤੁਹਾਡੇ ਬੇਸਿਸ ਉਹਦੀ ਸਾਈਟੇਸ਼ਨ ਵੀ ਇਨਕਰੀਜ਼ ਕਰਵਾ ਦਿੰਦੇ ਆ, ਇੰਪੈਕਟ ਫੈਕਟਰ ਉਹਦੇ ਬੇਸਿਸ ਤੇ ਇੰਪੈਕਟ ਫੈਕਟਰ ਆਫ ਜਰਨਲ ਵੀ ਇਨਕਰੀਜ਼ ਕਰਾ ਦਿੰਦੇ ਆ। ਇਹ ਗਲਤ ਹੈ। ਜੋ ਐਕਚੁਅਲ 'ਚ ਬਣ ਰਿਹਾ ਉਹਨੂੰ ਬਣਨ ਦਿਓ। Publisher must not interfere in the academic freedom of the editors and editorial board in processing of the manuscript submitted for the publication। ਹਾਂ, ਜਿਹੜੇ ਐਡੀਟਰਸ ਹੈ ਜਾਂ ਜੋ ਐਡੀਟੋਰੀਅਲ ਬੋਰਡ ਹੈ ਉਹਨਾਂ ਨੂੰ ਪ੍ਰੋਪਰ ਫਰੀडम ਵੇ ਨਾਲ ਕੰਮ ਕਰਨ ਦਿਓ। ਆਪ ਆਪਣੇ ਵਿੱਚ ਇੰਟਰਫੇਅਰ ਨਾ ਕਰੋ ਵੀ ਇਹ ਤਾਂ ਮੇਰੇ ਕਿਸੇ ਖਾਸ ਦਾ ਪੇਪਰ ਹੈ ਜੀ, ਕੋਈ ਨਹੀਂ ਤੁਸੀਂ ਕਰਕੇ ਭੇਜ ਦਿਓ। ਨਹੀਂ, ਇਹ ਗਲਤ ਹੈ। ਜੋ ਐਡੀਟਰਸ ਦੇ ਰੂਲਸ ਰੈਗੂਲੇਸ਼ਨਸ ਹੈ ਉਹਨਾਂ ਨੂੰ ਵੀ ਫੋਲੋ ਕਰਨਾ ਚਾਹੀਦਾ, ਔਰ ਪਬਲਿਸ਼ਰਸ ਨੂੰ ਉਸ ਦੇ ਵਿੱਚ ਇੰਟਰਫੇਰੈਂਸ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। Publisher must provide adequate infrastructure support to the editors in discharge of their duties and responsibilities। ਜੇ ਕੋਈ ਪ੍ਰੋਪਰ ਇਨਫਰਾਸਟ੍ਰਕਚਰ ਚਾਹੀਦਾ ਐਡੀਟਰਸ ਨੂੰ ਆਪਣੀਆਂ ਡਿਊਟੀਆਂ ਨੂੰ ਫੁੱਲਫਿਲ ਕਰਨ ਦੇ ਲਈ, then the publisher must provide that thing to the ਸਾਰਿਆਂ ਨੂੰ ਉਸ ਡਿਊਟੀਆਂ ਨੂੰ ਡਿਸਚਾਰਜ ਕਰਨ ਲਈ ਹੈਲਪ ਕਰਨੀ ਚਾਹੀਦੀ ਹੈ। ਫੋਰ ਐਗਜ਼ਾਮਪਲ, ਸਿੰਪਲ ਜੀ ਐਗਜ਼ਾਮਪਲ ਹੈ, ਕਿਸੇ ਐਡੀਟਰ ਨੇ ਕਹਿਤਾ ਜੀ ਮੇਰੇ ਕੋਲ ਤਾਂ ਲੈਪਟਾਪ ਹੀ ਨਹੀਂ ਹੈ, ਤਾਂ ਪਬਲਿਸ਼ਰ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਬਾਈ ਉਹਨੂੰ ਥੋੜੀ ਦੇਰ ਵਾਸਤੇ ਲੈਪਟਾਪ ਅਰੇਂਜ ਕਰਕੇ ਦੇਵੇ। ਸਿੰਪਲ ਫੰਡਾ। ਐਡੀਟਰ ਕਹਿੰਦੇ ਯਾਰ ਮੈਂ ਤਾਂ ਨਾ ਇਹਦਾ ਕੀ ਕਹਿੰਦੇ ਪਲੈਗਰਿਜ਼ਮ ਚੈੱਕ ਕਰਨਾ, ਪਰ ਮੇਰੇ ਕੋਲ ਸੌਫਟਵੇਅਰ ਨਹੀਂ ਹੈ, ਤਾਂ ਪਬਲਿਸ਼ਰ ਉਹਨੂੰ ਕਰਵਾ ਕੇ ਦੇ, ਅਰੇਂਜ ਕਰਵਾ ਕੇ ਦੇ ਜਿੱਥੋਂ ਮਰਜ਼ੀ ਸੌਫਟਵੇਅਰ।
ਚਾਹੇ ਟਰਮਿਨੇਟ ਹੈ, ਚਾਹੇ ਹੋਰ ਜਿਹੜਾ ਮਰਜ਼ੀ ਹੈ, ਜਿੱਥੋਂ ਜਿਹੜਾ ਐਡੀਟਰ ਡਿਮਾਂਡ ਕਰ ਰਿਹਾ ਉਸਨੂੰ ਦਿਓ। ਪਬਲਿਸ਼ਰ ਦੀ ਰਿਸਪੌਂਸਿਬਿਲਿਟੀ ਹੈ। Details of the editorial, review, or ethical and the publication policies of journal must be transparent and available for anyone to see. ਜਿਹੜੀਆਂ ਡਿਟੇਲਸ ਹੈ ਐਡੀਟੋਰੀਅਲ ਦੀਆਂ, ਰਿਵਿਊ ਦੀਆਂ, ਐਥੀਕਲ ਦੀਆਂ, ਮਸਟ ਬੀ ਟਰਾਂਸਪੇਰੈਂਟ ਔਰ ਹਰੇਕ ਕੋਲ ਅਵੇਲੇਬਲ, ਤਾਂ ਜੋ ਕੋਈ ਵੀ ਬੰਦਾ ਉਸ ਚੀਜ਼ ਨੂੰ ਦੇਖ ਸਕੇ। ਪਬਲਿਸ਼ਿੰਗ predatory or the bogus journals which would rapidly publish anything on the payment of a fee without a sensible peer review is absolutely unethical। ਜਿਹੜੇ ਇਹ ਕਹਿ ਦਿੰਦੇ ਆ ਬੋਗਸ ਜਰਨਲ 'ਚ ਪੇਪਰ ਛਪਾ ਦਿੰਦੇ ਆ ਜੀ, ਠੀਕ ਹੈ ਨਾ, ਕੋਈ ਸਿਰਫ ਪੈਸੇ ਲੈ ਕੇ ਤੁਹਾਡੇ ਤੋਂ ਪੇਪਰ ਛਪਾ ਦਿੰਦੇ ਆ, 5-5 6-6 ਹਜ਼ਾਰ ਲਿਆ, ਪਬਲਿਸ਼ ਕਰਤਾ, ਲਿਖਤਾ, ਤੇ ਉਹ ਬਹੁਤ ਗਲਤ ਗੱਲ ਹੈ, ਅਨਐਥੀਕਲ ਬਿਹੇਵੀਅਰ ਹੈ। ਐਗਜ਼ਾਮਪਲ ਦਿੰਦਾ, ਮੈਨੂੰ ਇੱਕ ਬੰਦੇ ਦਾ ਫੋਨ ਆਇਆ, ਕਹਿੰਦਾ ਜੀ ਤੁਸੀਂ ਕੋਈ ਨਹੀਂ, ਅਸੀਂ ਤੁਹਾਡੇ ਲਈ ਪੇਪਰ ਵੀ ਛਾਪ ਦਾਂਗੇ ਜੀ, ਇਹ ਵੀ ਕਰ ਦਾਂਗੇ, ਫਲਾਣਾ ਵੀ ਕਰ ਦਾਂਗੇ, ਧਮਕਾਣਾ। ਮੈਂ ਕਿਹਾ ਭਾਈ ਤੂੰ ਰਹਿਣ ਦੇ, ਮੈਨੂੰ ਪੇਪਰ ਨਾ ਛਪਾਣਾ ਮਨਜ਼ੂਰ ਹੈ, ਪੇਪਰ ਅਨਐਥੀਕਲ ਵੇ ਨਾਲ ਪੇਪਰ ਛਪਾਣਾ ਮੈਨੂੰ ਮਨਜ਼ੂਰ ਨਹੀਂ ਹੈ। ਕਿਉਂਕਿ ਜਿਹੜਾ ਪੇਪਰ ਮੈਂ ਲਿਖ ਰਿਹਾ, ਚਲੋ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਵਧੀਆ ਪੇਪਰ ਲਿਖ ਰਿਹਾ, ਬਟ ਜੋ ਕੁਝ ਵੀ ਮੈਂ ਲਿਖ ਰਿਹਾ, ਕੱਲ ਨੂੰ ਕਿਸੇ ਬੰਦੇ ਨੇ ਮੇਰੀਆਂ ਫਾਈਂਡਿੰਗਸ ਨੂੰ ਹੋ ਸਕਦਾ ਕਿਧਰੇ ਕੋਟ ਕਰਨਾ ਹੋਵੇ, ਕਿਧਰੇ, ਜੋ ਫੋਰ ਐਗਜ਼ਾਮਪਲ ਮੈਂ ਕਸਟਮਰ ਸੈਟੀਸਫੈਕਸ਼ਨ ਦੇ ਉੱਪਰ ਕੋਈ ਪੇਪਰ ਲਿਖਿਆ, ਤਾਂ ਜਿਹੜਾ ਬੰਦੇ ਕੋਈ ਕੱਲ ਨੂੰ ਕੋਈ ਬੰਦਾ ਇਸ ਉੱਪਰ ਕੋਈ PhD ਕਰ ਰਿਹਾ ਜਾਂ ਹੋਰ ਕੁਝ ਸਰਚ ਕਰ ਰਿਹਾ, ਜਦੋਂ ਰਿਵਿਊ ਆਫ ਲਿਟਰੇਚਰ ਲਿਖੇਗਾ ਤਾਂ ਉਸ 'ਚ ਮੇਰੀ ਸਟੱਡੀ ਨੂੰ ਕੋਟ ਕਰ ਸਕਦਾ ਵੀ ਉਸ ਬੰਦੇ ਨੇ ਆਹ ਕੰਮ ਕੀਤਾ ਸੀ, ਉਹਨੇ ਤਾਂ ਆਹ ਰਿਜ਼ਲਟ ਕੱਢੇ। ਮੈਂ ਅਨਐਥੀਕਲ ਵੇ 'ਚ ਕੰਮ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰੇ ਰਿਜ਼ਲਟਸ ਨੂੰ ਬੇਸ ਲੈ ਕੇ ਕੋਈ ਹੋਰ ਬੰਦਾ ਅੱਗੇ ਕੰਮ ਕਰ ਸਕਦਾ। ਸੋ ਇਹ ਚੀਜ਼ ਵੀ ਉਸ ਦੇ ਵਿੱਚ ਨਹੀਂ ਹੋਣੀ ਚਾਹੀਦੀ। ਸੋ ਇਹ ਰਿਸਪੌਂਸਿਬਿਲਿਟੀਜ਼ ਆਫ ਦਾ ਪਬਲਿਸ਼ਰ ਹੈ। ਜੋ ਵੀ ਆਪਾਂ ਹੁਣ ਪਬਲਿਕੇਸ਼ਨ ਐਥਿਕਸ ਦੇ ਵਿੱਚ ਆਪਾਂ ਜੋ ਕੁਝ ਵੀ ਕੀਤਾ, ਦਿਸ ਇਜ਼ ਬੇਸਿਕਲੀ ਅਕੋਰਡਿੰਗ ਟੂ ਦਾ ਕੋਪ, ਜੋ ਕਮੇਟੀ ਉਹ ਕਹਿੰਦੀ ਹੈ ਪਬਲਿਕੇਸ਼ਨ ਐਥਿਕਸ ਦੀ, ਆਪਾਂ ਉਸ ਦੇ ਉੱਪਰ ਉਹਦੇ ਰਿਗਾਰਡਿੰਗ ਹੀ ਸਾਰੀਆਂ ਚੀਜ਼ਾਂ, ਰਿਸਪੌਂਸਿਬਿਲਿਟੀ ਸਾਰੀਆਂ ਐਡੀਟਰਸ ਦੀਆਂ, ਰਾਈਟਰਸ ਦੀਆਂ, ਰਿਵਿਊਅਰਸ ਦੀਆਂ ਤੇ ਪਬਲਿਸ਼ਰਸ ਦੀਆਂ ਸਾਰੀਆਂ ਅਸੀਂ ਸਟੱਡੀ ਕੀਤੀਆਂ। ਸੋ ਹੋਪ ਤੁਹਾਨੂੰ ਸਾਰਿਆਂ ਨੂੰ ਥੋੜੀ ਬਹੁਤੀ ਇਸ ਦੇ ਰਿਗਾਰਡਿੰਗ ਕੁਝ ਅਵੇਅਰਨੈਸ ਹੋ ਗਈ ਹੋਏਗੀ। ਅਵੇਅਰ ਤਾਂ ਆਪਾਂ ਸਾਰੇ ਹੁੰਦੇ ਆ, ਬਟ ਥੋੜਾ ਆਪਾਂ ਧਿਆਨ ਨਹੀਂ ਦਿੰਦੇ, ਬਟ ਇਹ ਹੈ ਵੀ ਚਲੋ ਚੀਜ਼ਾਂ ਇੱਕ ਵਾਰ ਆਪਣੇ ਦਿਮਾਗ 'ਚੋਂ, ਆਪਣੀ ਅੱਖਾਂ ਦੇ ਸਾਹਮਣੇ ਨਿਕਲ ਜਾਣ ਤਾਂ ਉਹ ਚੰਗੀਆਂ ਰਹਿੰਦੀਆਂ। ਸੋ ਥੈਂਕ ਯੂ। ਇਸਦੇ ਵੀ ਕੁਝ ਸੋਰਸਿਸ ਹੈ, ਜਿਵੇਂ ਪਿੱਛਾ ਸੀ ਕਿ ਜਾਂ ਸੋਰਸਿਸ ਤੋਂ ਮੈਂ ਹੈਲਪ ਲਈ ਹੈ ਇਹ ਕੰਪਲੀਟ ਕਰਨ ਦੇ ਲਈ, ਕੰਪਾਈਲ ਕਰਨ ਦੇ ਲਈ। ਸੋ ਥੈਂਕਸ ਟੂ ਆਲ ਆਫ ਯੂ ਫॉर sparing your time, and thanks for the organizers to giving me the opportunity to share my views or to present my views in the front of the so knowledgeable audience. Thanks। ਹਰੇਕ ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ, ਕੋਈ ਵੀ ਆਪਾਂ ਕਰਦੇ ਹਾਂ, ਚੀਜ਼ ਕਰਦੇ ਹਾਂ, ਕੁਝ ਗਲਤੀਆਂ ਰਹਿ ਜਾਂਦੀਆਂ, ਐਂਡ ਸੌਰੀ ਫॉर दैट। ਕਿਸੇ ਨੂੰ ਕੋਈ ਚੀਜ਼ ਠੀਕ ਨਾ ਲੱਗੀ ਹੋਵੇ, ਹਾਂ, ਇੰਪਰੂਵਮੈਂਟ ਦਾ ਸਕੋਪ ਹਰ ਜਗ੍ਹਾ ਤੇ ਹੁੰਦਾ ਹੈ, ਤੁਸੀਂ ਮੈਨੂੰ ਉਹ ਚੀਜ਼ ਦੱਸ ਸਕਦੇ ਹੋ। ਸੋ ਥੈਂਕਸ ਅ ਲੋਟ ਅਗੇਨ, ਥੈਂਕਸ ਆਲ ਆਫ ਯੂ।